ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਕੁਝ ਹਫ਼ਤਿਆਂ ਤੋਂ ਜੋ ਸ਼ੁੱਕਰਵਾਰ ਵਾਲੇ ਦਿਨ ਵਿਚਾਰ ਸਮਝ ਰਹੇ ਹਾਂ, ਜਿਸ ਨੂੰ ਭਾਈ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੋਇਆ ਹੈ। ਉਹਨਾਂ ਨੇ ਦੋ ਚੀਜ਼ਾਂ ਦੀ ਤੁਲਨਾ ਕੀਤੀ ਹੋਈ ਹੈ। ਇੱਕ ਪਾਸੇ ਹਠ ਯੋਗ ਤੇ ਇੱਕ ਪਾਸੇ ਸਹਿਜ ਯੋਗ। ਸੋ ਆਪਾਂ ਉਸ ਵਿਚਾਰਧਾਰਾ ਨੂੰ ਸਮਝਦੇ ਆ ਰਹੇ ਹਾਂ, ਜਿਸ ਦੇ ਅੰਤਰਗਤ ਅਸੀਂ ਦੋ ਅੰਗ ਸਮਝ ਚੁੱਕੇ ਹਾਂ, ਇੱਕ ਯਮ ਤੇ ਦੂਸਰਾ ਨਿਯਮ। ਨਿਯਮ ਦਾ ਅਸੀਂ ਪੰਜਵਾਂ ਅੰਗ ਪਿਛਲੀ ਕਥਾ ਵਿੱਚ ਸਮਝ ਰਹੇ ਸਾਂ, ਜਿਸ ਦਾ ਮਤਲਬ ਸੀ ਕਿ ਆਪਣਾ ਆਪਾ ਪਰਮਾਤਮਾ ਦੇ ਸਮਰਪਣ ਕਰਨਾ, ਆਪਣਾ ਆਪਾ ਗਵਾ ਦੇਣਾ। ਜੋ ਗੁਰੂ ਦਾ ਪ੍ਰਭੂ ਦਾ ਹੁਕਮ ਆਵੇ ਉਸ ਨੂੰ ਸਿਰ ਮੱਥੇ ਤੇ ਮੰਨ ਲੈਣਾ। ਸੋ ਅਖੀਰ ਵਿੱਚ ਆਪਾਂ ਭਗਤ ਕਬੀਰ ਸਾਹਿਬ ਜੀ ਦੇ ਬਚਨਾਂ ਰਾਹੀਂ ਇਸ ਤਰ੍ਹਾਂ ਆਖ ਸਕਦੇ ਹਾਂ ਕਿ ਜਿਹੜਾ ਮਨੁੱਖ ਈਸ਼ਵਰ ਨੂੰ ਆਪਣਾ ਆਪਾ ਸਮਰਪਿਤ ਕਰ ਦਿੰਦਾ ਹੈ, ਉਹ ਇਸ ਤਰ੍ਹਾਂ ਕਹਿੰਦਾ ਹੈ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਹੇ ਮੇਰੇ ਸਤਿਗੁਰਾ, ਹੇ ਅਕਾਲ ਪੁਰਖ ਵਾਹਿਗੁਰੂ, ਜੋ ਤੂੰ ਮੈਨੂੰ ਇਹ ਸਰੀਰ ਦਿੱਤਾ, ਇਸ ਸਰੀਰ ਵਿੱਚ ਪ੍ਰਾਣ ਬਖਸ਼ੇ ਨੇ, ਆਤਮਾ ਰੱਖੀ ਏ ਤੇ ਮੈਨੂੰ ਜੀਵਨ ਜਿਉਣ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਨੇ, ਇਹ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਮੇਰੇ ਕੋਲ ਹੈ। ਇਸ ਵਿੱਚ ਮੇਰਾ ਆਪਣਾ ਕੁਝ ਵੀ ਨਹੀਂ। ਸੋ ਜੇ ਮੈਨੂੰ ਇਹ ਸਭ ਕੁਝ ਜੋ ਤੂੰ ਹੀ ਦਿੱਤਾ ਹੋਇਆ ਹੈ ਤੈਨੂੰ ਸੌਂਪਣਾ ਪਵੇ ਤੇ ਮੈਨੂੰ ਇਹਦੇ ਉੱਤੇ ਕੋਈ ਵੀ ਸੋਚ ਵਿਚਾਰ ਨਹੀਂ ਕਰਨੀ ਚਾਹੀਦੀ। ਸਹਿ ਸੁਭਾਈ ਆਪਣਾ ਆਪਾ ਤੇਰੇ ਅੱਗੇ ਸਮਰਪਣ ਕਰ ਦੇਣਾ ਚਾਹੀਦਾ ਹੈ। ਤੇ ਇਸ ਤਰ੍ਹਾਂ ਕਰਦਿਆਂ ਮੇਰਾ ਲੱਗਦਾ ਵੀ ਕੀ ਹੈ, ਮੇਰਾ ਖਰਚਾ ਵੀ ਕੀ ਆਉਂਦਾ, ਕੁਛ ਵੀ ਨਹੀਂ। ਇਹ ਸਭ ਕੁਝ ਤੇਰਾ ਹੀ ਹੈ ਤੇ ਮੈਂ ਤੇਰੇ ਅੱਗੇ ਸਮਰਪਿਤ ਕਰਦਾ ਹਾਂ। ਸੋ ਇਹ ਸੀ ਯੋਗ ਦਾ ਦੂਸਰਾ ਅੰਗ, ਜਿਸ ਨੂੰ ਨਿਯਮ ਆਖਿਆ ਜਾਂਦਾ ਹੈ, ਤੇ ਨਿਯਮ ਦਾ ਪੰਜਵਾਂ ਅੰਗ ਈਸ਼ਵਰ ਸਮਰਪਣ। ਸੋ ਅੱਜ ਅਸੀਂ ਸ਼ੁਰੂ ਕਰਾਂਗੇ ਜੋ ਯੋਗ ਦਾ ਤੀਸਰਾ ਅੰਗ ਹੈ, ਜਿਸ ਦਾ ਨਾਮ ਹੈ ਆਸਨ। ਸੋ ਯੋਗ ਦੇ ਤੀਜੇ ਅੰਗ ਦਾ ਨਾਮ ਆਸਨ ਹੈ। ਆਸਨ ਦੇ ਅਰਥ ਮਹਾਨ ਕੋਸ਼ ਵਿੱਚ ਕੀਤੇ ਗਏ ਨੇ। ਇਸ ਸਥਿਤ ਯਾਨੀ ਟਿਕ ਕੇ ਬੈਠਣਾ। ਦੂਸਰਾ ਅਰਥ ਹੈ ਬੈਠਕ। ਤੀਸਰਾ ਅਰਥ ਹੈ ਬੈਠਣ ਦਾ ਵਸਤਰ। ਜਿਸ ਕਿਸੇ ਵਿਛਾਉਣੇ ਦੇ ਉੱਤੇ ਅਸੀਂ ਬੈਠਦੇ ਹਾਂ ਚੌਂਕੜੀ ਲਗਾ ਕੇ, ਉਸ ਨੂੰ ਵੀ ਆਸਨ ਆਖੀਦਾ ਹੈ। ਤੇ ਜਿਹੜੀ ਬੈਠਣ ਦੀ ਕਿਰਿਆ ਹੈ, ਟਿਕ ਕੇ ਬੈਠਣਾ, ਹਿਲਣਾ ਜੁਲਣਾ ਨਹੀਂ, ਇੱਧਰ ਉੱਧਰ ਨਹੀਂ ਵੇਖਣਾ, ਧਿਆਨ ਨੂੰ ਗੁਰੂ ਬਚਨਾਂ ਵਿੱਚ ਲਗਾ ਕੇ ਰੱਖਣਾ, ਗੁਰੂ ਸ਼ਬਦ ਵਿੱਚ ਲਗਾ ਕੇ ਰੱਖਣਾ, ਗੁਰੂ ਦੀ ਸਿੱਖਿਆ ਵਿੱਚ ਟਿਕਾ ਕੇ ਰੱਖਣਾ, ਜਾਂ ਜੋ ਗੁਰੂ ਦਾ ਹੁਕਮ ਹੈ ਉਹਦੇ ਮੁਤਾਬਕ ਟਿਕ ਕੇ ਬੈਠਣ ਨੂੰ ਆਸਨ ਆਖਦੇ ਨੇ।
ਪ੍ਰੋਫੈਸਰ ਸਾਹਿਬ ਸਿੰਘ ਨੇ ਦਰਪਣ ਵਿੱਚ ਇਹ ਬਚਨ ਲਿਖੇ ਹੋਏ ਨੇ, ਮੈਂ ਹੂਬਹੂ ਪੜ੍ਹਨੇ ਚਾਹਾਂਗਾ। ਆਸਨਾਂ ਦੇ ਅਭਿਆਸ ਨਾਲ ਸਰੀਰ ਦੇ ਲਹੂ ਦਾ ਗੇੜ ਠੀਕ ਚਾਲ ਤੇ ਰਹਿੰਦਾ ਹੈ। ਸਰੀਰ ਦੇ ਸਾਰੇ ਪੱਠੇ ਯਾਨੀ ਮਸਲ ਨਰੋਏ ਤੇ ਸਾਫ਼ ਰਹਿੰਦੇ ਹਨ ਅਤੇ ਸਾਰੀਆਂ ਆਂਦਰਾਂ ਯਾਨੀ ਨਾੜੀਆਂ ਦੀ ਕੁਦਰਤੀ ਚਾਲ ਠੀਕ ਹਾਲਤ ਵਿੱਚ ਟਿਕੀ ਰਹਿੰਦੀ ਹੈ। ਅੱਗੇ ਉਹ ਲਿਖਦੇ ਨੇ, ਹਰ ਏਕ ਆਸਣ ਦਾ ਸਰੀਰ ਤੇ ਮਨ ਉੱਤੇ ਆਪਣਾ ਆਪਣਾ ਅਸਰ ਹੁੰਦਾ ਹੈ। ਵੱਖ-ਵੱਖ ਆਸਣ ਤੇ ਪ੍ਰਾਣਾਯਾਮ ਕਰਕੇ ਜੋਗੀ ਹਰ ਕਿਸਮ ਦੀ ਬਿਮਾਰੀ ਤੋਂ ਬਚ ਸਕਦਾ ਹੈ। ਆਸਨਾਂ ਦੀ ਗਿਣਤੀ 84 ਲਿਖੀ ਹੋਈ ਹੈ। ਇਹ ਬਚਨ ਹਨ ਪ੍ਰੋਫੈਸਰ ਸਾਹਿਬ ਸਿੰਘ ਦੇ। ਅੱਜ ਅਸੀਂ ਸਮਝਣਾ ਹੈ ਯੋਗ ਆਸਨ ਯਾਨੀ ਹਠ ਆਸਨ ਅਤੇ ਸਹਿਜ ਆਸਨ, ਇਹਨਾਂ ਵਿੱਚ ਕੀ ਫਰਕ ਹੈ ਤੇ ਸਾਨੂੰ ਕਿਹੜਾ ਆਸਨ ਅਪਣਾਉਣਾ ਚਾਹੀਦਾ ਹੈ। ਇਹ ਬਚਨ ਮੈਂ ਅੱਜ ਆਪ ਜੀ ਨਾਲ ਸਾਂਝੇ ਕਰਨੇ ਨੇ। ਸੋ ਜਦੋਂ ਅਸੀਂ 84 ਆਸਨਾਂ ਦੀ ਗੱਲ ਸਮਝਦੇ ਹਾਂ ਜਾਂ ਵੱਖ-ਵੱਖ ਵਿਦਵਾਨਾਂ ਦੇ ਲਿਖੇ ਹੋਏ ਵਿਚਾਰ ਪੜ੍ਹਦੇ ਹਾਂ ਤੇ ਇਹ 84 ਆਸਨਾਂ ਦਾ ਇੱਕ ਪਿਛੋਕੜ ਸਾਹਮਣੇ ਆਉਂਦਾ ਹੈ। ਇਹਨਾਂ ਆਸਨਾਂ ਦਾ ਪਿਛੋਕੜ ਕੀ ਹੈ? ਹਿੰਦੂ ਧਾਰਮਿਕ ਗ੍ਰੰਥਾਂ ਦੇ ਅੰਦਰ 84 ਲੱਖ ਜੂਨੀਆਂ ਮੰਨੀਆਂ ਜਾਂਦੀਆਂ ਨੇ। ਸੋ ਜਿਹੜੀਆਂ 84 ਲੱਖ ਜੂਨੀਆਂ ਨੇ, ਹਰ ਜੀਵ ਦਾ ਆਪਣਾ ਬੈਠਣ ਦਾ ਇੱਕ ਤਰੀਕਾ ਹੁੰਦਾ ਹੈ, ਬੈਠਣ ਦਾ ਇੱਕ ਢੰਗ ਹੁੰਦਾ ਹੈ। ਉਸ ਬੈਠਣ ਦੇ ਢੰਗ ਨੂੰ ਹੀ ਆਸਨ ਆਖੀਦਾ ਹੈ। ਸ਼ੇਰ ਆਪਣੇ ਢੰਗ ਨਾਲ ਬੈਠਦਾ ਹੈ, ਉਸ ਨੂੰ ਸਿੰਘ ਆਸਨ ਆਖਦੇ ਨੇ। ਸੱਪ ਆਪਣੇ ਢੰਗ ਨਾਲ ਬੈਠਦਾ ਹੈ, ਉਸ ਨੂੰ ਸਰਪ ਆਸਨ ਆਖਦੇ ਨੇ। ਔਰ ਇਸੇ ਹੀ ਤਰ੍ਹਾਂ 84 ਲੱਖ ਜੂਨੀਆਂ, ਮਨੁੱਖ ਆਪਣੇ ਢੰਗ ਨਾਲ ਬੈਠਦਾ ਹੈ, ਪਸ਼ੂ ਪੰਛੀ ਆਪਣੇ ਢੰਗ ਨਾਲ ਬੈਠਦੇ ਨੇ ਤੇ 84 ਲੱਖ ਜੂਨੀਆਂ ਦੇ ਜੀਵਾਂ ਦਾ ਆਪਣਾ ਆਪਣਾ ਵੱਖਰਾ ਵੱਖਰਾ ਬੈਠਣ ਦਾ ਤਰੀਕਾ ਹੈ। ਸੋ ਉਸ ਨੂੰ 84 ਲੱਖ ਆਸਨ ਆਖਿਆ ਜਾ ਸਕਦਾ ਹੈ। ਉਹ 84 ਲੱਖ ਆਸਨਾਂ ਦੇ ਵਿੱਚੋਂ ਵਿਦਵਾਨਾਂ ਨੇ ਕੇਵਲ 84 ਚੁਣ ਲਏ ਤੇ ਉਹਨਾਂ 84 ਆਸਨਾਂ ਨੂੰ ਸਿੱਧਾਂ ਦੇ 84 ਆਸਨ ਆਖਿਆ ਜਾਣ ਲੱਗ ਪਿਆ। ਫਿਰ ਥੋੜਾ ਹੋਰ ਅੱਗੇ ਜਾ ਕੇ ਵਿਦਵਾਨਾਂ ਨੇ ਸੋਚਿਆ ਕਿ 84 ਆਸਨ ਵੀ ਜਿਹੜੇ ਨੇ ਇਹ ਸਿੱਧ ਲੋਕ, ਜੋਗੀ ਲੋਕ ਤਾਂ ਕਰ ਸਕਦੇ ਨੇ, ਪਰ ਆਮ ਆਦਮੀ, ਦਿਨ ਵਿੱਚ ਕਾਰੋਬਾਰ ਕਰਨ ਵਾਲਾ ਮਨੁੱਖ, ਗ੍ਰਸਤੀ ਬੰਦਾ, ਜਿਹਦੇ ਕੋਲ ਸ਼ਾਇਦ ਇੰਨਾ ਸਮਾਂ ਹੀ ਨਾ ਹੋਵੇ ਕਿ ਉਹ ਇੰਨੇ ਆਸਨ ਕਿਵੇਂ ਲਗਾਏਗਾ। ਤੇ ਉਹਨਾਂ 84 ਆਸਨਾਂ ਦੇ ਵਿੱਚੋਂ ਫਿਰ 2 ਪ੍ਰਕਾਰ ਦੇ ਆਸਨ ਮਿਥੇ ਗਏ। ਜਿਹੜੇ 2 ਪ੍ਰਕਾਰ ਦੇ ਆਸਨ ਨੇ ਉਹਨਾਂ ਨੂੰ ਹਰ ਇਨਸਾਨ ਕਰ ਸਕਦਾ ਹੈ ਔਰ ਸਹਿ ਸੁਭਾਏ ਕਰ ਸਕਦਾ ਹੈ। 2 ਪ੍ਰਕਾਰ ਦੇ ਆਸਨ ਨੇ, ਇੱਕ ਸਿੱਧ ਆਸਨ ਤੇ ਇੱਕ ਪਦਮ ਆਸਨ। ਸੋ ਮੈਂ ਇਹਨਾਂ ਦੀ ਵਿਚਾਰ ਵਿੱਚ ਨਹੀਂ ਜਾਵਾਂਗਾ ਕਿ ਇਹ ਕਿਵੇਂ ਲਗਾਏ ਜਾਂਦੇ ਨੇ। ਇਹ ਤੁਸੀਂ ਆਪ ਖੇਚਲ ਕਰ ਲੈਣਾ, ਵਿਦਵਾਨਾਂ ਨੂੰ ਪੜ੍ਹ ਲੈਣਾ ਜਾਂ ਕਿਸੇ ਸਿਆਣੇ ਮਹਾਂਪੁਰਸ਼ ਕੋਲ ਬੈਠ ਕੇ ਸਿੱਖ ਲੈਣਾ ਕਿ ਆਸਨ ਤੇ ਕਿਵੇਂ ਬੈਠੀਦਾ। ਸੋ ਇਹ 2 ਪ੍ਰਕਾਰ ਦੇ ਜਿਹੜੇ ਸਿੱਧ ਆਸਨ ਤੇ ਪਦਮ ਆਸਨ ਨੇ, ਇਹ ਅੱਜ ਕੱਲ੍ਹ ਪ੍ਰਚਲਿਤ ਨੇ ਔਰ ਇਹਨਾਂ ਦਾ ਇਸਤੇਮਾਲ ਸਾਨੂੰ ਸਭਨਾਂ ਨੂੰ ਹੀ ਕਰਨਾ ਚਾਹੀਦਾ ਹੈ। ਕੱਲ ਪਰਸੋਂ ਹੀ ਮੈਨੂੰ ਇੱਕ ਆਰਟੀਕਲ ਪੜ੍ਹਨ ਨੂੰ ਮਿਲਿਆ ਜਿਹਦੇ ਵਿੱਚ ਯੋਗ ਦੇ 8 ਅੰਗਾਂ ਉੱਤੇ ਲਿਖਿਆ ਹੋਇਆ, ਔਰ ਮੈਂ ਕਈ ਵਾਰੀ ਇਹੋ ਜਿਹੇ ਆਰਟੀਕਲ, ਇਹੋ ਜਿਹੇ ਲੇਖ ਪੜ੍ਹ ਕੇ ਇਹ ਸੋਚਦਾ ਹੁੰਨਾ ਕਿ ਅਸੀਂ ਬਿਨਾਂ ਸੋਚਿਆਂ ਸਮਝਿਆਂ
ਬਹੁਤ ਸਾਰੀਆਂ ਗੱਲਾਂ ਭਾਵੁਕਤਾ ਵਿੱਚ ਆ ਕੇ ਕਰ ਜਾਂਦੇ ਆ ਕਿ ਇਹ ਜਿਹੜੇ ਆਸਨ ਨੇ, ਇਹ ਜਿਹੜਾ ਯਮ ਤੇ ਨਿਯਮ ਹੈ, ਇਹ ਜਿਹੜਾ ਪ੍ਰਤਿਆਹਾਰ ਹੈ, ਇਹ ਜਿਹੜਾ ਧਿਆਨ ਧਾਰਨਾ ਤੇ ਸਮਾਧੀ ਹੈ, ਇਹ ਜੋਗੀਆਂ ਦਾ ਕੰਮ ਹੈ। ਮੰਨ ਲਿਆ ਜੋਗੀਆਂ ਦਾ ਹੀ ਹੋਏਗਾ, ਪਰ ਜੇ ਹੋਰ ਮਨੁੱਖ ਕਰ ਲੈਣਗੇ ਤੇ ਕੀ ਦਿੱਕਤ ਆ ਜਾਏਗੀ? ਕੁਝ ਵੀ ਨਹੀਂ। ਉਹ ਆਰਟੀਕਲ ਲਿਖਣ ਵਾਲੇ ਭਾਈ ਨੇ ਆਪਣੀ ਗਰਮ ਗਰਮ ਹਵਾੜ ਬੜੀ ਕੱਢੀ ਹੋਈ ਏ, ਗ੍ਰੰਥੀ ਸਿੰਘਾਂ ਦੇ ਖਿਲਾਫ, ਪ੍ਰਚਾਰਕਾਂ ਦੇ ਖਿਲਾਫ, ਹੋਰ ਗੱਲਾਂ ਲਿਖ ਕੇ ਇਹ ਜੀ ਜੋਗ ਮਤ ਗੁਰਦੁਆਰਿਆਂ ਚ ਵਾੜੀ ਜਾ ਰਹੇ ਨੇ। ਗੱਲ ਸਮਝਣ ਦੀ ਏ। ਇਸ ਆਸਨ ਨੂੰ ਜੇ ਸਮਝ ਨਾ ਹੋਵੇ ਤੇ ਕਿੰਨਾ, ਮੈਂ ਇੱਕ ਦੋ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ। ਆਪਾਂ ਸਾਰੇ ਕਿਸੇ ਵੇਲੇ ਕਿਸੇ ਆਫਿਸ ਵਿੱਚ ਜਾਂਦੇ ਹਾਂ। ਜਦੋਂ ਆਪਾਂ ਕਿਸੇ ਆਫਿਸ ਵਿੱਚ ਜਾਂਦੇ ਹਾਂ ਤੇ ਉੱਥੇ ਕੋਈ ਜੈਂਟਲਮੈਨ, ਕੋਈ ਆਫੀਸਰ ਬੈਠਾ ਸਾਹਮਣੇ ਚੇਅਰ ਦੇ ਉੱਤੇ ਸਾਨੂੰ ਨਜ਼ਰ ਆਉਂਦਾ ਹੈ, ਤੇ ਜੇ ਉਹ ਆਫੀਸਰ ਆਪਣੀ ਇੱਕ ਲੱਤ ਚੁੱਕ ਕੇ ਕੁਰਸੀ ਦੇ ਬਾਜੂ ਉੱਤੇ ਰੱਖ ਕੇ ਬੈਠਾ ਹੋਵੇ ਤੇ ਆਪਾਂ ਨੂੰ ਕਿਹੋ ਜਿਹਾ ਲੱਗੇਗਾ? ਉਹ ਉਸ ਦਾ ਆਸਨ ਹੈ, ਕੁਰਸੀ ਤੇ ਬੈਠਣਾ, ਸਲੀਕੇ ਨਾਲ ਬੈਠਣਾ, ਢੰਗ ਨਾਲ ਬੈਠਣਾ, ਉਹ ਉਸ ਮਨੁੱਖ ਦਾ ਆਸਨ ਹੈ। ਤੇ ਜੇ ਉਸ ਆਸਨ ਦੀ ਠੀਕ ਵਰਤੋਂ ਨਾ ਕਰਦਾ ਹੋਵੇ, ਜਿਵੇਂ ਮੈਂ ਦੱਸਿਆ ਕਿ ਠੀਕ ਢੰਗ ਨਾਲ ਨਾ ਬੈਠਾ ਹੋਵੇ, ਤੇ ਆਪਾਂ ਨੂੰ ਕਿਹੋ ਜਿਹਾ ਲੱਗੇਗਾ ਉਹ ਬੰਦਾ? ਇਹਨੂੰ ਬਹਿਣ ਦਾ ਵੀ ਨਹੀਂ ਪਤਾ, ਇਹਨੂੰ ਅਫਸਰ ਕਿੰਨੇ ਬਣਾ ਦਿੱਤਾ। ਦੂਸਰੀ ਉਦਾਹਰਨ ਮੈਂ ਲੈਣਾ ਤੇ ਅਸੀਂ ਸਕੂਲ ਵਿੱਚ ਜਾਂਦੇ ਹਾਂ, ਕਾਲਜ ਵਿੱਚ ਜਾਂਦੇ ਹਾਂ। ਸਾਡੇ ਵੇਲੇ ਤੇ ਭਈ ਲੰਬੇ ਲੰਬੇ ਟਾਟ ਜਿਹੇ ਹੁੰਦੇ ਸੀ, ਉਹ ਵਿਛਾਏ ਹੁੰਦੇ ਸੀ, ਤੇ ਉਹਦੇ ਉੱਤੇ ਸਾਰੇ ਬੱਚੇ ਇੱਕ ਲਾਈਨ ਵਿੱਚ ਬੈਠਦੇ ਸੀ ਤੇ ਇਸ ਤਰ੍ਹਾਂ ਚੌਂਕੜੀ ਮਾਰ ਕੇ ਬੈਠਦੇ ਸੀ ਅੱਗੜ ਪਿੱਛੇ। ਅੱਜ ਕੱਲ ਉਹਦੀ ਥਾਂ ਡੈਸਕ ਆ ਗਏ ਨੇ, ਕੁਰਸੀਆਂ ਆ ਗਈਆਂ ਨੇ, ਟੇਬਲ ਆ ਗਏ ਨੇ। ਤੇ ਜੇ ਕਲਾਸ ਵਿੱਚ ਕੁਝ ਵਿਦਿਆਰਥੀ ਆਪਣੇ ਮਾਸਟਰ ਵੱਲ, ਟੀਚਰ ਵੱਲ ਮੂੰਹ ਕਰਕੇ ਬੈਠੇ ਹੋਣ ਆਪਣੀਆਂ ਕੁਰਸੀਆਂ ਤੇ ਕੁਝ ਨੇ ਮੂੰਹ ਪਰਾਂ ਪਿਛਲੀ ਕੰਧ ਵੱਲ ਨੂੰ ਕਰ ਲਿਆ ਹੁਣ, ਕੁਰਸੀਆਂ ਆਪਣੀਆਂ ਘੁਮਾ ਕੇ, ਤੇ ਕਿਹੋ ਜਿਹੇ ਲੱਗਣਗੇ? ਉਹਨਾਂ ਦਾ ਆਸਨ ਹੈ, ਉਸ ਆਸਨ ਤੇ ਬੈਠੇ ਉਹ ਕਿਹੋ ਜਿਹੇ ਲੱਗਣਗੇ ਜੇ ਅੱਧਿਆਂ ਨੇ ਮੂੰਹ ਪਿੱਛੇ ਨੂੰ ਕਰ ਲਏ ਹੋਣ, ਅੱਧਿਆਂ ਨੇ ਅੱਗੇ ਨੂੰ ਕੀਤੇ ਹੋਣ। ਤੀਸਰੀ ਉਦਾਹਰਨ ਸਾਡੀ ਸਾਧ ਸੰਗਤ ਚੋਂ ਆਪਾਂ ਲੈ ਲਈਏ। ਜਿਵੇਂ ਆਪਾਂ ਬੈਠੇ ਹਾਂ, ਇਸ ਨੂੰ ਸਿੱਧ ਆਸਨ ਆਖਦੇ ਨੇ, ਇਸ ਨੂੰ ਗੁਰਮੁਖੀ ਆਸਨ ਆਖਦੇ ਨੇ। ਔਰ ਜਿਸ ਆਸਨ ਤੇ ਤੁਸੀਂ ਹੁਣ ਬੈਠੇ ਹੋ, ਅਸੀਂ ਕਿਸ ਤਰ੍ਹਾਂ ਚੰਗੇ ਸੁਚੱਜੇ ਢੰਗ ਨਾਲ ਬੈਠੇ ਹੋਏ, ਕੋਈ ਵੀ ਬਾਹਰੋਂ ਵਿਅਕਤੀ ਆਏਗਾ ਤੇ ਉਹਨੂੰ ਅਸੀਂ ਸਾਰੇ ਇਸ ਤਰ੍ਹਾਂ ਗੁਰਮੁਖੀ ਆਸਨਾਂ ਤੇ ਬੈਠੇ ਹੋਏ ਚੰਗੇ ਲੱਗਾਂਗੇ। ਪਰ ਜੇ ਹੁਣ ਸਾਡੀ ਇਹ ਸੰਗਤ ਵਿੱਚ ਕੁਝ ਲੋਕ ਗੋਡੇ ਤਾਂ ਨੂੰ ਕਰਕੇ ਬੈਠੇ ਹੋਣ, ਕੁਝ ਲੋਕ ਉਧਰ ਨੂੰ ਪੈਰ ਪਸਾਰ ਕੇ ਬੈਠੇ ਹੋਣ, ਕਿਸੇ ਨੇ ਮੂੰਹ ਉਹ ਪਿਛਲੀ ਕੰਧ ਵੱਲੇ ਕੀਤਾ ਹੋਵੇ, ਤੇ ਕੋਈ ਵੀ ਸਿਆਣਾ ਪੁਰਸ਼ ਬਾਹਰੋਂ ਆਏਗਾ, ਉਹਨੂੰ ਕਿਹੋ ਜਿਹਾ ਲੱਗੇਗਾ ਵੀ ਇਹਨਾਂ ਨੂੰ ਬਹਿਣ ਦਾ ਵੀ ਨਹੀਂ ਪਤਾ। ਸੋ ਇਹ ਸਾਡਾ ਆਸਨ ਹੈ। ਸਾਨੂੰ ਛੇਤੀ ਨਾਲ ਕਾਹਲਿਆਂ ਨਹੀਂ ਪੈਣਾ ਚਾਹੀਦਾ, ਸਾਨੂੰ ਸੋਚ ਸਮਝ ਤੋਂ ਕੰਮ ਲੈਣਾ ਚਾਹੀਦਾ। ਹਰ ਚੀਜ਼ ਜਿਸ ਨੂੰ ਸਿਆਣੇ ਮਹਾਂਪੁਰਸ਼ਾਂ ਨੇ, ਵਿਦਵਾਨਾਂ ਨੇ, ਗੁਰੂਆਂ ਨੇ ਅਖਤਿਆਰ ਕੀਤਾ ਹੋਵੇ, ਜਿਸ ਦੀ ਕਾਢ ਕੱਢੀ ਹੋਵੇ, ਜਿਸ ਦੀ ਹੋਂਦ ਉਹਨਾਂ ਮਹਾਂਪੁਰਸ਼ਾਂ ਦੇ ਰਾਹੀਂ ਸਾਡੇ ਤੱਕ ਪਹੁੰਚੀ ਹੋਵੇ, ਉਹਦੇ ਪਿੱਛੇ ਕੁਝ ਨਾ ਕੁਝ ਬੈਕਗਰਾਉਂਡ ਹੁੰਦੀ ਹੈ ਉਸਦੀ। ਐਵੇਂ ਬਿਨਾਂ ਵਜ੍ਹਾ ਤੋਂ ਕੋਈ ਚੀਜ਼ ਸਾਡੇ ਤੱਕ ਨਹੀਂ ਪਹੁੰਚਦੀ, ਕੁਝ ਨਾ ਕੁਝ ਹਰ ਚੀਜ਼ ਦੀ ਵਜ੍ਹਾ ਹੁੰਦੀ ਹੈ। ਸੋ ਅਸੀਂ ਇਸ ਆਸਨ ਨੂੰ ਸਮਝਣਾ ਹੈ ਅੱਜ, ਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠੀਏ, ਜੇ ਅਸੀਂ ਠੀਕ ਆਸਨ ਤੇ ਨਾ ਬੈਠੀਏ, ਇਸ਼ਨਾਨ ਪਾਣੀ ਕਰਕੇ, 5 ਇਸ਼ਨਾਨਾਂ ਕਰਕੇ, ਇਸ ਤਰ੍ਹਾਂ ਗੁਰਮੁਖੀ ਚੌਂਕੜਾ ਲਗਾ ਕੇ ਨਾ ਬੈਠੀਏ, ਤੇ ਸਾਡੇ ਮਨ ਦਾ ਟਿਕਾ ਨਹੀਂ ਬਣ ਸਕਦਾ। ਔਰ ਮਨ ਦਾ ਟਿਕਾ ਤੇ ਇੱਕ ਪਾਸੇ ਰਿਹਾ, ਜੇ ਤੁਸੀਂ ਠੀਕ ਢੰਗ ਨਾਲ ਬੈਠੋਗੇ ਨਹੀਂ ਤੇ ਨੀਂਦ ਆਏਗੀ, ਮਨ ਹੋਰ ਪਾਸੇ ਦੌੜੇਗਾ। ਤੁਸੀਂ ਕਈ ਵਾਰੀ ਲੋਕ ਆਖਦੇ ਨੇ ਜੀ ਸਿਮਰਨ ਤੇ ਲੰਮੇ ਪਿਆ ਵੀ ਕੀਤਾ ਜਾ ਸਕਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੀਤਾ ਜਾ ਸਕਦਾ ਹੈ।
ਪਰ ਕੁਝ ਸਮਾਂ ਸਵੇਰ ਦੇ ਵੇਲੇ ਜਾਂ ਕਿਸੇ ਵੇਲੇ ਵੀ ਜਦੋਂ ਤੁਹਾਨੂੰ ਟਾਈਮ ਮਿਲੇ, ਅਭਿਆਸ ਕਰਨ ਲਈ ਸਿਮਰਨ ਦਾ ਸਾਨੂੰ ਬਿਲਕੁਲ ਚੌਂਕੜਾ ਲਗਾ ਕੇ ਸਿੱਧੇ ਹੋ ਕੇ ਬੈਠਣਾ ਚਾਹੀਦਾ ਹੈ, ਤਾਂ ਕਿ ਸਾਨੂੰ ਨਿੰਦਰਾ, ਆਲਸ ਪਰੇਸ਼ਾਨ ਨਾ ਕਰੇ। ਫਿਰ ਉਸ ਢੰਗ ਨਾਲ ਬਾਣੀ ਪੜ੍ਹਨ ਦਾ ਆਨੰਦ ਵੱਖਰੀ ਕਿਸਮ ਦਾ ਆਏਗਾ। ਤੇ ਤੁਸੀਂ ਕਿਤੇ ਢੋਲ ਲਾ ਕੇ ਬਹਿ ਕੇ ਉਹੋ ਹੀ ਬਾਣੀ ਪੜ੍ਹੋਗੇ ਤੇ ਉਹਦਾ ਆਨੰਦ ਤੁਹਾਨੂੰ ਹੋਰ ਕਿਸਮ ਦਾ ਆਏਗਾ। ਸੋ ਇਹ ਠੀਕ ਢੰਗ ਨਾਲ ਗੁਰਮੁਖੀ ਆਸਨ ਤੇ ਬੈਠਣਾ, ਇਹ ਸਾਡੇ ਗੁਰੂਆਂ ਮਹਾਂਪੁਰਸ਼ਾਂ ਨੇ ਸਾਨੂੰ ਸਿਖਾਇਆ ਹੈ। ਇਹ ਕੋਈ ਮਾੜੀ ਗੱਲ ਨਹੀਂ, ਚਾਹੇ ਇਸ ਨੂੰ ਪਤੰਜਲੀ ਆਖਦਾ ਹੋਵੇ, ਚਾਹੇ ਇਸ ਨੂੰ ਗੁਰੂ ਨਾਨਕ ਆਖਦੇ ਹੋਣ, ਚਾਹੇ ਇਸੇ ਗੱਲ ਨੂੰ ਭਗਤ ਕਬੀਰ ਆਖਣ ਤੇ ਚਾਹੇ ਕੋਈ ਨਾਮਦੇਵ ਆਖੇ, ਕੋਈ ਫਰਕ ਨਹੀਂ ਪੈਂਦਾ। ਕਿਸ ਨੇ ਆਖਿਆ ਕੋਈ ਫਰਕ ਨਹੀਂ ਪੈਣ ਵਾਲਾ, ਪਰ ਜੇ ਗੱਲ ਚੰਗੀ ਹੈ ਤੇ ਸਾਨੂੰ ਅਪਣਾ ਲੈਣੀ ਚਾਹੀਦੀ ਹੈ। ਸੋ ਅੱਗੇ ਅਸੀਂ ਜਿਹੜੇ 2 ਪ੍ਰਕਾਰ ਦੇ ਆਸਨ ਸਮਝੇ ਨੇ, ਆਹ ਜਿਹੜੇ ਆਸਨ ਤੇ ਆਪਾਂ ਹੁਣ ਬੈਠੇ, ਇਸ ਨੂੰ ਸਿੱਧ ਆਸਨ, ਗੁਰਮੁਖੀ ਆਸਨ, ਸਹਿਜ ਆਸਨ ਆਖਦੇ ਨੇ। ਇਸ ਢੰਗ ਨਾਲ ਸਾਨੂੰ ਕਮਰ ਸਿੱਧੀ ਕਰਕੇ ਬੈਠਣਾ ਚਾਹੀਦਾ ਹੈ, ਅਤੇ ਜਿੰਨਾ ਚਿਰ ਵੀ ਅਸੀਂ ਸਿਮਰਨ ਲਈ ਬੈਠਣਾ ਹੈ, ਨਿਤਨੇਮ ਕਰਨ ਲਈ ਬੈਠਣਾ ਹੈ, ਉਹਨਾਂ ਚਿਰ ਹਿੱਲਣ ਜੁੱਲਣ ਤੋਂ ਬਿਨਾਂ ਬੈਠਣਾ ਚਾਹੀਦਾ। ਇਹ ਵੀ ਗੱਲ ਧਿਆਨ 'ਚ ਰੱਖਣ ਵਾਲੀ ਹੈ। ਹੁਣ ਅਸੀਂ ਸਮਝਦੇ ਹਾਂ ਅਗਲੀ ਗੱਲ, ਵੀ ਕੇਵਲ ਆਸਨ ਹੀ ਕਾਫੀ ਹੈ ਜਾਂ ਸਾਨੂੰ ਕੁਝ ਹੋਰ ਵੀ ਕਰਨਾ ਚਾਹੀਦਾ ਹੈ। ਕੇਵਲ ਆਸਨ ਕਾਫੀ ਨਹੀਂ। ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜਿਹੜੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ, ਉਹਨਾਂ ਵਿੱਚੋਂ ਲਿਖਦੇ ਨੇ, ਖਟ ਸ਼ਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ, ਨਿਵਲੀ ਕਰਮ ਆਸਨ 84, ਇਨ ਮੈਂ ਸ਼ਾਂਤ ਨਾ ਆਵੈ ਜੀਓ। ਜੇ ਮਨ ਦਾ ਟਿਕਾ ਨਹੀਂ ਬਣਿਆ, ਜੇ ਮਨ ਫੁਰਨਿਆਂ ਤੋਂ ਨਹੀਂ ਰੁਕਿਆ, ਜੇ ਸਾਨੂੰ ਬੈਠਣ ਦਾ ਹੀ ਢੰਗ ਨਹੀਂ ਆਇਆ, ਤੇ ਫਿਰ ਇਹਨਾਂ ਆਸਨਾਂ ਨਾਲ ਮਨ ਦੀ ਸ਼ਾਂਤੀ ਨਹੀਂ ਬਣਦੀ। ਇਹ ਗੱਲ ਗੁਰੂ ਜੀ ਨੇ ਸਪਸ਼ਟ ਕਰ ਦਿੱਤੀ ਏ। ਭਾਵੇਂ ਕੋਈ 6 ਸ਼ਾਸਤਰ ਪੜ੍ਹਿਆ ਹੋਵੇ, ਵਿਚਾਰਵਾਨ ਹੋਵੇ, ਤੇ ਮੁੱਖ ਤੋਂ ਉਹਨਾਂ ਦਾ ਗਿਆਨ ਵੀ ਸੁਣਾਉਣ ਯੋਗ ਹੋਵੇ, ਭਾਵੇਂ ਉਹ ਦੇਵੀਆਂ ਦੇਵਤਿਆਂ ਦੀ, ਗੁਰੂਆਂ ਪੀਰਾਂ ਦੀ ਪੂਜਾ ਵੀ ਕਰਦਾ ਹੋਵੇ, ਮੱਥੇ ਤੇ ਤਿਲਕ ਵੀ ਲਾਉਂਦਾ ਹੋਵੇ, ਤੇ ਤੀਰਥਾਂ ਤੇ ਵੀ ਨਹਾਉਂਦਾ ਫਿਰਦਾ ਹੋਵੇ, ਭਾਵੇਂ ਉਹ ਨਿਵਲੀ ਕਰਮ ਕਰਦਾ ਹੋਵੇ ਤੇ ਉਹ ਉੱਤੇ ਦੱਸੇ 84 ਆਸਨ ਵੀ ਕਰਨ ਜਾਣਦਾ ਹੋਵੇ, ਜੇਕਰ ਸਿਰਫ ਇਹਨਾਂ ਵਿੱਚ ਹੀ ਉਲਝ ਜਾਏ ਤੇ ਫਿਰ ਇਹਨਾਂ ਨਾਲ ਮਨ ਦੀ ਸ਼ਾਂਤੀ ਨਹੀਂ ਬਣਦੀ। ਅਨੇਕ ਬਰਖ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ, ਇੱਕ ਖਿਨ ਹਿਰਦੈ ਸ਼ਾਂਤ ਨ ਆਵੈ, ਜੋਗੀ ਬਹੁੜ ਬਹੁੜ ਉੱਠ ਤਾਵੈ ਜੀਓ। ਜੇ ਕੋਈ ਜੋਗੀ ਬੰਦਾ ਅਨੇਕ ਬਰਖ ਤਪ ਸਾਧਨਾਵਾਂ ਕਰਦਾ ਰਵੇ, ਮੰਤਰਾਂ ਦੇ ਜਪ ਕਰਦਾ ਰਵੇ, ਧਰਤੀ ਉੱਤੇ ਗਮਨ ਕਰਦਾ ਫਿਰੇ, ਭਰਮਦਾ ਫਿਰੇ ਵੱਖ-ਵੱਖ ਥਾਵਾਂ ਤੇ, ਇਸ ਤਰ੍ਹਾਂ ਕਰਨ ਦੇ ਨਾਲ ਵੀ ਉਹਦੇ ਹਿਰਦੇ ਵਿੱਚ ਸ਼ਾਂਤੀ ਨਹੀਂ ਬਣ ਸਕਦੀ, ਤੇ ਉਹ ਮੁੜ ਕੇ ਇਹਨਾਂ ਆਸਨਾਂ ਤੇ ਇਹਨਾਂ ਪੂਜਾ ਤੇ ਆਦਿਕ ਕਰਮ ਕਾਂਡਾਂ ਵਿੱਚ ਲੱਗਾ ਰਵੇ, ਮਨ ਸ਼ਾਂਤ ਨਹੀਂ ਹੋਏਗਾ। ਹੁਣ ਗੁਰੂ ਸਾਹਿਬ ਕਿੰਨੀ ਸੋਹਣੀ ਉਦਾਹਰਣ ਦਿੰਦੇ ਨੇ, ਕਰ ਕਿਰਪਾ ਮੋਹਿ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ, ਪ੍ਰਭ ਅਬਿਨਾਸੀ ਬਸਿਆ ਘਟ ਭੀਤਰ, ਹਰ ਮੰਗਲ ਨਾਨਕ ਗਾਵੈ ਜੀਓ। ਆਪ ਜੀ ਆਖਦੇ ਨੇ, ਕੇਵਲ ਇਹਨਾਂ ਆਸਨਾਂ ਦੇ ਸਹਾਰੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਜਿੰਨਾ ਚਿਰ ਸਾਧੂ ਗੁਰੂ ਨਹੀਂ ਮਿਲਦਾ। ਕਰ ਕਿਰਪਾ, ਵਾਹਿਗੁਰੂ ਜੀ ਨੇ ਕਿਰਪਾ ਕਰਕੇ ਮੋਹੇ ਸਾਧ ਮਿਲਾਇਆ, ਮੈਨੂੰ ਸਾਧੂ ਮਿਲਾ ਦਿੱਤਾ, ਮੈਨੂੰ ਗੁਰੂ ਮਿਲਾ ਦਿੱਤਾ, ਤੇ ਉਸ ਸਾਧੂ ਗੁਰੂ ਮਹਾਂਪੁਰਸ਼ ਦੀ ਕਿਰਪਾ ਨਾਲ ਮਨ ਤਨ ਸੀਤਲ ਧੀਰਜ ਪਾਇਆ। ਮੈਂ ਮਨ ਅਤੇ ਤਨ ਕਰਕੇ ਸ਼ਾਂਤ ਹੋ ਗਿਆ, ਮੈਨੂੰ ਧੀਰਜ ਮਿਲ ਗਈ। ਪ੍ਰਭ ਅਬਿਨਾਸੀ ਬਸਿਆ ਘਟ ਭੀਤਰ,
ਜੋ ਨਾਸ਼ ਤੋਂ ਰਹਿਤ ਪਰਮਾਤਮਾ ਹੈ, ਉਹ ਮੇਰੇ ਹਿਰਦੇ ਵਿੱਚ ਵਸ ਗਿਆ ਤੇ ਹੁਣ ਦਾਸ ਨਾਨਕ ਖੁਸ਼ੀ ਦੇ ਗੀਤ ਗਾਇਨ ਕਰਦਾ ਰਹਿੰਦਾ, ਕਿਉਂਕਿ ਰੱਬ ਜੀ ਅੰਦਰ ਵਸ ਗਏ ਨੇ। ਸੋ ਅਸੀਂ ਇੱਕ ਚੀਜ਼ ਸਮਝੀ ਕਿ ਸਾਨੂੰ ਆਸਣ ਲਗਾ ਕੇ ਬੈਠਣਾ ਅਤ ਜ਼ਰੂਰੀ ਹੈ। ਸਿਮਰਨ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪਰ ਇਹ ਗੱਲ ਨਹੀਂ ਮੰਨ ਲੈਣੀ ਕਿ ਆਸਣ ਹੀ ਕਾਫੀ ਹੈ। ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਵੇ, ਜਿੰਨਾ ਚਿਰ ਮਨੁੱਖ ਉਸ ਆਸਣ ਤੇ ਬੈਠ ਕੇ ਗੁਰੂ ਦੀ ਬਖਸ਼ੀ ਹੋਈ ਸਿੱਖਿਆ ਨੂੰ ਮਨ ਵਿੱਚ ਨਾ ਵਸਾਵੇ, ਜਿੰਨਾ ਚਿਰ ਗੁਰੂ ਦੇ ਦੱਸੇ ਹੋਏ ਰਸਤੇ ਤੇ ਨਾ ਚੱਲੇ, ਉਹਨਾਂ ਚਿਰ ਨਾ ਅਬਿਨਾਸ਼ੀ ਵਾਹਿਗੁਰੂ ਜੀ ਅੰਦਰ ਵਸਦੇ ਨੇ ਤੇ ਨਾ ਖੁਸ਼ੀ ਦੇ ਗੀਤ ਹੀ ਗਾਏ ਜਾਂਦੇ ਨੇ। ਆਓ ਹੁਣ ਅਗਲੀ ਗੱਲ ਸਮਝਦੇ ਹਾਂ, ਗੁਰਮਤਿ ਦਾ ਆਸਣ ਕੀ ਹੈ। ਗੁਰਮਤਿ ਦਾ ਆਸਣ ਪਹਿਲੇ ਪਾਤਸ਼ਾਹ ਦੇ ਬਚਨ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ, ਤੇ ਜਿਹੜੇ ਇਹਨਾਂ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਨੇ ਮੈਂ ਹੂਬਹੂ ਪੜਾਂਗਾ। ਕਿਉਂ ਪੜਾਂਗਾ ਇਹਦਾ ਮੈਂ ਤੁਹਾਨੂੰ ਕਾਰਨ ਦੱਸਦਾ। ਸ਼ਬਦ ਹੈ ਪਹਿਲੇ ਪਾਤਸ਼ਾਹ ਜੀ ਦਾ, ਜਿਸ ਵਿੱਚ ਆਪ ਜੀ ਆਖਦੇ ਨੇ, ਹਉਮੈ ਮਮਤਾ ਲੋਭ ਵਿਨਾਸ਼ਨ, ਨੌ ਦਰ ਮੁਕਤੇ ਦਸਵੇਂ ਆਸਨ, ਉਪਰ ਪਰੈ ਪਰੈ ਅਪਰੰਪਰ, ਜਿਨ ਆਪੇ ਆਪ ਉਪਾਇਆ। ਹੁਣ ਇਸ ਦੇ ਅਰਥ ਮੈਂ ਪੜ੍ਹਨ ਲੱਗਾ, ਤੁਸੀਂ ਧਿਆਨ ਨਾਲ ਸੁਣਨਾ ਮਨ ਨੂੰ ਟਿਕਾ ਕੇ। ਪਰਮਾਤਮਾ ਦਾ ਨਾਮ ਹਉਮੈ ਮਮਤਾ ਤੇ ਲੋਭ ਦਾ ਨਾਸ਼ ਕਰਨ ਵਾਲਾ ਹੈ। ਨਾਮ ਸਿਮਰਨ ਦੀ ਬਰਕਤ ਨਾਲ ਸਰੀਰ ਦੀਆਂ 9 ਗੋਲਕਾਂ ਤੋਂ ਭਾਵੇਂ 9 ਦਰਵਾਜ਼ੇ ਦੇ ਵਿਸ਼ਿਆਂ ਤੋਂ ਖਲਾਸੀ ਮਿਲੀ ਰਹਿੰਦੀ ਹੈ। ਸੁਰਤ 10ਵੇਂ ਦੁਆਰ ਵਿੱਚ ਟਿਕੀ ਰਹਿੰਦੀ ਹੈ। ਇਸ ਲਈ ਮੈਂ ਅਰਥ ਜੋ ਹੂਬਹੂ ਲਿਖੇ ਨੇ ਉਹ ਪੜ੍ਹੇ ਨੇ, ਕਿਉਂਕਿ ਜਿਹੜਾ 10ਵੇਂ ਦੁਆਰ ਵਾਲਾ ਵਿਸ਼ਾ ਹੈ ਨਾ, ਸਬਜੈਕਟ ਹੈ, ਜਿਹੜਾ ਇਸ਼ੂ ਹੈ, ਉਹ ਹੈ ਤੇ ਬੜਾ ਸਪਸ਼ਟ, ਪਰ ਸਾਡੇ ਕੁਝ ਲੋਕਾਂ ਨੇ ਇਸ ਨੂੰ ਐਸਾ ਉਲਝੇਵੇਂ ਵਿੱਚ ਫਸਾ ਦਿੱਤਾ ਹੈ ਕਿ ਬਹੁਤ ਸਾਰੇ ਸਿੱਖ ਲੋਕ ਜਿਹੜੇ ਪ੍ਰਚਾਰਕ ਨੇ, ਉਹ 10ਵੇਂ ਦੁਆਰ ਦੀ ਤ੍ਰਿਕੁਟੀ ਦੀ ਇਤਿਹਾਦਕ ਗੱਲ ਕਰਨ ਤੋਂ ਹੀ ਸੰਕੋਚ ਕਰਦੇ ਨੇ, ਕਿਉਂਕਿ ਸਿੱਖ ਸੰਗਤਾਂ ਵਿੱਚੋਂ ਹੀ ਆਬਜੈਕਸ਼ਨ ਸ਼ੁਰੂ ਹੋ ਜਾਂਦੇ ਨੇ। ਇਹ ਜੋਗੀਆਂ ਦਾ ਮਤ ਹੈ, ਇਹ ਹੱਠ ਸਾਧਨਾਵਾਂ ਦਾ ਮਤ ਹੈ, ਇਹ ਨਹੀਂ ਕਰਨਾ ਚਾਹੀਦਾ। ਕਿੰਨੇ ਤੁਹਾਨੂੰ ਆਖਿਆ 10ਵੇਂ ਦੁਆਰ ਦੀ ਗੱਲ ਕਰੋ? ਭਲਿਓ ਗੁਰੂ ਨਾਨਕ ਸਾਹਿਬ ਨੂੰ ਸੁਣੋ, ਗੁਰੂ ਨਾਨਕ ਸਾਹਿਬ ਨੂੰ ਪੜ੍ਹੋ, ਉਹ ਕਹਿ ਕੀ ਰਹੇ ਨੇ ਉਹਨੂੰ ਸਮਝਣ ਦੀ ਕੋਸ਼ਿਸ਼ ਤਾਂ ਕਰੋ ਕਮ ਸੇ ਕਮ। ਸਿਰਫ ਸੁਣਿਆ ਸੁਣਾਇਆ ਹੀ ਆਖ ਦੇਣਾ, ਉਹ ਨਹੀਂ 10ਵੇਂ ਦੁਆਰ ਦੀ ਗੱਲ ਨਾ ਕਰੋ, ਇਹ ਤੇ ਯੋਗ ਮਤ ਹੈ, ਐਸਾ ਨਹੀਂ ਹੋਣਾ ਚਾਹੀਦਾ। ਪ੍ਰੋਫੈਸਰ ਸਾਹਿਬ ਇਸ ਦੇ ਅਰਥ ਕਰਦੇ ਨੇ, ਸੁਰਤ 10ਵੇਂ ਦੁਆਰ ਵਿੱਚ ਟਿਕੀ ਰਹਿੰਦੀ ਹੈ। 10ਵੇਂ ਦੁਆਰ ਵਿੱਚ ਟਿਕ ਜਾਣਾ ਹੀ ਗੁਰੂ ਦੇ ਸਿੱਖ ਦਾ ਸੱਚਾ ਆਸਣ ਹੈ। ਮੈਂ ਇਸ ਨੂੰ ਇਸ ਤਰ੍ਹਾਂ ਆਖ ਸਕਦਾ। ਹੁਣ ਤੁਸੀਂ ਉੱਤੇ ਪੜ੍ਹ ਕੇ ਵੇਖੋ, 9 ਦਰ ਮੁਕਤੇ 10ਵੇਂ ਆਸਨ। 9 ਦਰਾਂ ਤੋਂ ਬੰਦ ਖਲਾਸੀ ਹੋ ਜਾਂਦੀ ਹੈ। ਇਹ ਜਿਹੜੇ ਸਾਡੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜਾ ਸਾਫ਼ ਲਿਖਿਆ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ। ਹੁਣ ਇਹਨੂੰ ਕੀ ਆਖੋਗੇ? ਯੋਗ ਮਤ, ਇਹ ਹਾਠੀ ਹੋ ਗਏ। ਸਿੱਖੀ ਦਾ ਤੇ ਮਤ ਹੀ ਇਹ ਸੀ ਜਿਸ ਨੂੰ ਅਸੀਂ ਜਾਣੇ ਜਾਂ ਅਣਜਾਣੇ ਸਿੱਖਾਂ ਨੂੰ, ਸਿੱਖ ਸੰਗਤ ਨੂੰ ਇਸ ਤੋਂ ਦੂਰ ਕਰ ਦਿੱਤਾ, ਜਿਸ ਕਰਕੇ ਸਾਨੂੰ ਗੁਰਮਤਿ ਦੀ ਸਹੀ ਸਮਝ ਹੀ ਨਹੀਂ ਆ ਰਹੀ। ਕੋਈ ਰੱਬ ਦਾ ਪਿਆਰਾ ਸਿਮਰਨ ਕਰਨਾ ਆਰੰਭ ਕਰ ਦੇਵੇ ਤੇ ਇਸ ਬਿਨਾਂ ਤੇ ਕਰੇ ਜੋ ਗੁਰੂ ਨਾਨਕ ਸਾਹਿਬ ਲਿਖਦੇ ਨੇ, ਪੈ 10ਵੇਂ ਦੁਆਰ ਵਿੱਚ ਆਪਣੇ ਧਿਆਨ ਨੂੰ ਟਿਕਾਵੇ,
ਉੱਥੇ ਆਸਨ ਲਗਾ ਕੇ ਬੈਠੇ ਤੇ ਜੇ ਗੁਰਬਾਣੀ ਗੁਰਮਤਿ ਦੀ ਸਹੀ ਸੋਝੀ ਨਾ ਆਉਣੀ ਸ਼ੁਰੂ ਹੋ ਜਾਏ ਤੇ ਜੋ ਮਰਜ਼ੀ ਆਖਣਾ। ਔਰ ਜਿੰਨਾ ਚਿਰ ਅਸੀਂ ਲੋਕ ਇਹ ਕਰਮ ਨਹੀਂ ਕਰਦੇ ਉਹਨਾਂ ਚਿਰ ਗੁਰਬਾਣੀ ਦੀ ਸਮਝ ਵੀ ਨਹੀਂ ਜੇ ਆ ਸਕਦੀ। ਇਹ ਵੀ ਸੱਚਾਈ ਹੈ ਔਰ 100% ਸੱਚਾਈ ਹੈ। ਇਸ ਤੋਂ ਅਸੀਂ ਟੁੱਟ ਗਏ ਹਾਂ, ਸਾਨੂੰ ਜੁੜਨਾ ਚਾਹੀਦਾ। ਇਹ ਕੋਈ ਮੇਰਾ ਬਚਨ ਨਹੀਂ ਹੈ ਤੇ ਗੁਰੂ ਨਾਨਕ ਦੇਵ ਜੀ ਦਾ ਤੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਨੇ। ਮੈਂ ਤੇ ਉਸ ਦੀ ਹਲਕੀ ਜਿਹੀ ਵਿਆਖਿਆ ਕੀਤੀ ਹੈ। ਹੁਣ ਅਗਲੀ ਗੱਲ ਵੇਖੋ, ਭਾਵ 10ਵੇਂ ਦੁਆਰ ਦੀ ਰਾਹੀਂ ਪਰਮਾਤਮਾ ਨਾਲ ਸੰਬੰਧ ਬਣਿਆ ਰਹਿੰਦਾ ਹੈ। ਪਰਮਾਤਮਾ ਨਾਲ ਸੰਬੰਧ ਅਸੀਂ ਸਿਰਫ ਜੋੜਿਆ, ਗੁਰਦੁਆਰੇ ਆਏ, ਮੱਥਾ ਟੇਕਿਆ, ਥੱਲੇ ਚਾਹ ਪੀਤੀ, ਪਕੌੜੇ ਖਾਦੇ ਤੇ ਸਾਡਾ ਗੁਰੂ ਨਾਲ ਤੇ ਰੱਬ ਨਾਲ ਰਿਸ਼ਤਾ ਜੁੜ ਗਿਆ। ਅਸੀਂ ਇੱਥੇ ਕਰਕੇ ਟਿਕੇ ਹਾਂ। ਪਰ ਗੁਰੂ ਨਾਨਕ ਆਖਦੇ ਨੇ ਜਿੰਨਾ ਚਿਰ ਤੁਸੀਂ 10ਵੇਂ ਦੁਆਰ ਵਿੱਚ ਤੁਹਾਡੀ ਸੁਰਤ ਨਹੀਂ ਜਾਂਦੀ ਉਹਨਾਂ ਚਿਰ ਕਮ ਸੇ ਕਮ ਤੁਹਾਡਾ ਰੱਬ ਨਾਲ ਰਿਸ਼ਤਾ ਨਹੀਂ ਜੁੜਦਾ। ਤੁਸੀਂ ਰੱਬ ਦੇ ਰਾਹ ਤੇ ਤੁਰਤੇ ਰਹੇ ਹੋ, ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਹਿਲਾ ਹੀ ਕਦਮ ਜਦੋਂ ਕੋਈ ਰੱਬ ਦੇ ਰਾਹ ਨੂੰ ਟੁੱਟੇ ਉਹ ਰੱਬ ਦੇ ਰਾਹ ਤੇ ਤੁਰ ਪਿਆ, ਪਰ ਅਜੇ ਪਹੁੰਚਿਆ ਨਹੀਂ, ਅਜੇ ਅਪੜਿਆ ਨਹੀਂ, ਰੱਬ ਜੀ ਦੇ ਨਾਲ ਜੇ ਮੁਲਾਕਾਤ ਨਹੀਂ ਹੋਈ। ਮੁਲਾਕਾਤ ਉਦਣ ਹੋਏਗੀ ਜਿੱਦਣ ਆਹ ਬਚਨ ਸਾਡੀ ਸੁਰਤ ਵਿੱਚ, ਸਾਡੇ ਦਿਮਾਗ ਵਿੱਚ ਘਰ ਕਰ ਗਏ। ਅੱਗੇ ਆਪ ਜੀ ਲਿਖਦੇ ਨੇ, ਜਿਸ ਪਰਮਾਤਮਾ ਨੇ ਆਪਣੇ ਆਪ ਨੂੰ ਸ੍ਰਿਸ਼ਟੀ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ, ਜੋ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ, ਉਹ ਉਸ 10ਵੇਂ ਦੁਆਰ ਵਿੱਚ ਪ੍ਰਤੱਖ ਹੋ ਜਾਂਦਾ ਹੈ। ਬਸ ਇੰਨੀ ਗੱਲ ਮੈਂ ਅੱਜ ਤੁਹਾਡੇ ਨਾਲ ਕਰਨ ਦਾ ਮਨ ਬਣਾਇਆ ਸੀ ਕਿ ਸਾਨੂੰ ਗੁਰਮਤਿ ਦੇ ਪ੍ਰਚਾਰਕਾਂ ਨੂੰ, ਰਾਗੀਆਂ ਸਿੰਘਾਂ ਨੂੰ, ਗ੍ਰੰਥੀ ਸਿੰਘਾਂ ਨੂੰ ਆਹ ਚੀਜ਼ਾਂ ਗੁਰਬਾਣੀ ਵਿੱਚੋਂ ਪਹਿਲਾਂ ਪੜ੍ਹ ਲੈਣੀਆਂ ਚਾਹੀਦੀਆਂ ਨੇ। ਇਹਨਾਂ ਤੇ ਫਿਰ ਅਮਲ ਕਰਨਾ ਚਾਹੀਦਾ ਹੈ। ਬਿਨਾਂ ਵਜ੍ਹਾ ਤੋਂ ਉੱਠੇ, ਫੜਿਆ ਪੈਨ ਜਾਂ ਕਲਮ ਤੇ ਲੇਖ ਲਿਖ ਦਿੱਤਾ ਵੀ ਇਹ ਸਭ ਹੱਠ ਯੋਗ ਏ। ਕੁਝ ਗ੍ਰੰਥੀ ਲੋਕ ਗੁਰਦੁਆਰਿਆਂ ਵਿੱਚ ਮਨ ਮਤ ਵਾੜੀ ਜਾਂਦੇ ਨੇ, ਉਹ ਜੋਗ ਮਤ ਵਾੜੀ ਜਾਂਦੇ ਨੇ। ਕਿਆ ਇਹੋ ਜਿਹੇ ਬਚਨ ਲਿਖਣ ਦੀ ਕੀ ਲੋੜ ਪਈ ਹੁੰਦੀ ਹੈ? ਗੱਲ ਤੇ ਸਮਝਣ ਦੀ ਹੈ। ਜੇ ਸਾਨੂੰ ਨਹੀਂ ਸਮਝ ਆਈ ਤੇ ਕਿਸੇ ਸਿਆਣੇ ਤੋਂ ਸਮਝ ਲਈਏ ਤੇ ਸਾਨੂੰ ਸਪਸ਼ਟ ਹੋ ਜਾਏਗਾ ਕਿ ਆਸਨ ਲਗਾ ਕੇ ਬੈਠਣਾ ਕੋਈ ਜ਼ੁਲਮ ਤੇ ਕੋਈ ਪਾਪ ਨਹੀਂ। ਹੁਣ ਤੁਸੀਂ ਆਸਨ ਤੇ ਹੀ ਬੈਠੇ ਹੋਏ ਹੋ ਔਰ ਇਸ ਆਸਨ ਨੂੰ ਗੁਰਮੁਖੀ ਆਸਨ, ਸਿੱਧ ਆਸਨ ਆਖੀਦਾ ਹੈ। ਜੇ ਤੁਸੀਂ ਇਸ ਆਸਨ ਤੇ ਹੁਣ ਨਾ ਬੈਠੋ, ਆਸਨ ਬਦਲ ਲਵੋ ਤੇ ਅਸੀਂ ਬੈਠੇ ਚੰਗੇ ਹੀ ਨਹੀਂ ਲੱਗਾਂਗੇ। ਕੋਈ ਉਧਰ ਨੂੰ ਮੂੰਹ ਕਰ ਲੇ, ਕੋਈ ਉਧਰ ਨੂੰ ਕਰ ਲੇ, ਕੋਈ ਲੱਤ ਇੱਕ ਥਾਂ ਨੂੰ ਖੜੀ ਕਰ ਲੇ, ਕੋਈ ਬਾਹ ਮੋਢੇ ਤੇ ਰੱਖ ਲਵੇ, ਕਿਵੇਂ ਦਾ ਲੱਗੇਗਾ? ਸੋ ਇਹ ਗੱਲਾਂ ਸਮਝਣ ਵਾਲੀਆਂ ਨੇ। ਸੋ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਤੋਂ ਥੋੜੀ ਜਿਹੀ ਅੱਗੇ ਹੋਰ ਵਿਚਾਰ ਸਮਝ ਕੇ ਤੇ ਫਿਰ ਅਗਲਾ ਜਿਹੜਾ ਨਿਯਮ ਹੈ ਨਾ, ਨੰਬਰ 4 ਹੈ ਪ੍ਰਾਣਾਯਾਮ, ਜਿਹੜਾ ਸਵਾਸਾਂ ਦੀ ਚਾਲ ਨੂੰ ਠੀਕ ਕਰਕੇ ਇੱਕ ਢੰਗ ਨਾਲ ਚਲਾਉਣ ਦਾ ਨਿਯਮ ਜਾਂ ਵਿਧੀ ਹੈ। ਉਹਦੇ ਉੱਤੇ ਆਪਾਂ ਗੱਲ ਫਿਰ ਅਗਲੀ ਕਥਾ ਵਿੱਚ ਪ੍ਰਾਰੰਭ ਕਰਾਂਗੇ। ਅੱਜ ਤੁਸੀਂ ਇੰਨੇ ਕੁ ਬਚਨ ਜੋ ਬੜੇ ਧਿਆਨ ਨਾਲ ਸੁਣੇ ਨੇ ਤੇ ਮੈਂ ਚਾਹਾਂਗਾ ਤੁਹਾਨੂੰ ਬੇਨਤੀ ਕਰਨਾ ਕਿ ਇਹਨਾਂ ਉੱਤੇ ਅਮਲ ਵੀ ਕਰਨਾ। ਸਵੇਰੇ ਉੱਠ ਕੇ ਤੁਸੀਂ ਵੀ ਤੇ ਮੈਂ ਵੀ ਥੋੜਾ ਜਿਹਾ ਚਿਰ ਇਸ ਗੁਰਮੁਖੀ ਆਸਨ ਤੇ ਬੈਠਿਆ ਕਰੀਏ। ਗੁਰਮੁਖੀ ਆਸਨ ਤੇ ਬੈਠ ਕੇ ਆਪਣੇ ਮਾਲਕ ਨੂੰ ਯਾਦ ਕਰਿਆ ਕਰੀਏ, ਮਾਲਕ ਦੀ ਯਾਦ ਵਿੱਚ ਜੁੜੀਏ। ਜਿਵੇਂ ਜਿਵੇਂ ਮਾਲਕ ਦੀ ਯਾਦ ਵਿੱਚ ਜੁੜਨਾ ਆਰੰਭ ਕਰਾਂਗੇ ਤਿਵੇਂ ਤਿਵੇਂ ਸਾਡੀ ਸੁਰਤ ਚੱਲਦੀ ਚੱਲਦੀ ਆਪਣੀ ਜਗ੍ਹਾ ਤੋਂ ਜਿੱਥੇ ਹੁਣ ਤੇ ਸਾਡੀ ਸੁਰਤ ਸਿਰਫ ਮਾਇਆ ਵਿੱਚ, ਸਰੀਰ ਵਿੱਚ, ਪਰਿਵਾਰ ਵਿੱਚ, ਬੱਚਿਆਂ ਵਿੱਚ, ਇਸੇ ਨੂੰ ਹੀ ਤੇ ਮਾਇਆ ਵਿੱਚ ਆਖੀਦਾ। ਸੋ ਜਿਵੇਂ ਜਿਵੇਂ ਅਸੀਂ ਸਿਮਰਨ ਕਰਨਾ ਆਰੰਭ ਕਰਾਂਗੇ ਨਾ, ਰੱਬ ਦੀ ਯਾਦ ਵਿੱਚ ਜੁੜਨਾ ਆਰੰਭ ਕਰਾਂਗੇ, ਤਿਵੇਂ ਤਿਵੇਂ ਸਾਡੀ ਸੁਰਤ ਇਸ ਮਾਇਆ ਦੇ ਝਮੇਲੇ ਤੋਂ ਹੌਲੀ ਹੌਲੀ, ਸਾਨੂੰ ਪਤਾ ਵੀ ਨਹੀਂ ਲੱਗੇਗਾ, ਪਰ ਇਸ ਮਾਇਆ ਦੀ ਉਲਝਣ ਤੋਂ ਉੱਚੀ ਉੱਠਣੀ ਸ਼ੁਰੂ ਹੋ ਜਾਏਗੀ। ਉੱਚੀ ਉੱਠਦੀ ਉੱਠਦੀ ਇੱਕ ਦਿਨ ਉਸ ਜਗ੍ਹਾ ਤੇ ਪਹੁੰਚ ਜਾਏਗੀ ਕਿ ਕੁਝ ਫਾਇਦਾ ਹੋ ਜਾਏ ਤਾਂ ਵੀ ਭਲਾ, ਨੁਕਸਾਨ ਹੋ ਜਾਏ ਤਾਂ ਵੀ ਭਲਾ। ਜਦੋਂ ਸੁਰਤ ਇੱਥੇ ਕਰਕੇ ਅਪੜੇ, ਫਿਰ ਇਹਦਾ ਅਗਲਾ ਰਸਤਾ
ਆਸਾਨੀ ਨਾਲ ਤੈਅ ਹੋ ਸਕਦਾ ਹੈ, ਕਿਉਂਕਿ ਮਾਇਆ ਦੀ ਪਕੜ ਘਟ ਜਾਂਦੀ ਹੈ। ਹੁਣ ਸਾਨੂੰ ਪਕੜ ਇੰਨੀ ਜ਼ਿਆਦਾ ਹੈ, ਤੁਸੀਂ ਇੱਕ ਅੰਦਾਜ਼ਾ ਲਗਾਓ ਕਿ ਜਦੋਂ ਪਲੇਨ ਨੇ ਉੱਤੇ ਉੱਡਣਾ ਹੁੰਦਾ ਹੈ, ਉੱਡਣ ਲੱਗਿਆ ਉਹਦਾ ਬਹੁਤ ਜ਼ੋਰ ਲੱਗਦਾ ਹੈ, ਪਰ ਜਿਵੇਂ ਜਿਵੇਂ ਉਹ ਜਿੰਨਾ ਉੱਤੇ ਜਾਂਦਾ ਜਾਏ, ਉਨੀ ਉਨੀ ਜ਼ਮੀਨ ਤੋਂ ਆਕਰਸ਼ਣ ਸ਼ਕਤੀ ਜਿਹੜੀ ਉਹਨੂੰ ਥੱਲੇ ਨੂੰ ਖਿੱਚਦੀ ਏ, ਜਿੰਨਾ ਕੋਈ ਵਧੇਰੇ ਉੱਚਾ ਉੱਠ ਜਾਏਗਾ ਉਨੀ ਉਹ ਸ਼ਕਤੀ ਘਟ ਜਾਏਗੀ, ਖਿੱਚ ਵਾਲੀ ਜਿਹੜੀ ਸ਼ਕਤੀ ਏ। ਉੱਤੇ ਜਾ ਕੇ ਉਹ ਕਿੰਨਾ ਹਲਕਾ ਫੁਲਕਾ ਛੋਟੀ ਜੀ ਗੱਲ ਨਾਲ ਹੀ ਉਹ ਆਪਣਾ ਉਡਾਰੀ ਮਾਰਦਾ ਰਹਿੰਦਾ ਹੈ। ਬਿਲਕੁਲ ਇਸੇ ਤਰ੍ਹਾਂ ਜਿੰਨਾ ਅਸੀਂ ਮਾਇਆ ਦੇ ਝਮੇਲੇ ਵਿੱਚ ਗੂੜੇ ਫਸੇ ਹੋਏ ਹਾਂ, ਸਾਨੂੰ ਉੱਤੇ ਨਿਕਲਣਾ, ਉੱਚਾ ਉੱਠਣਾ ਅਤੀ ਮੁਸ਼ਕਿਲ ਜਾਪਦਾ ਹੈ। ਹੌਲੀ ਹੌਲੀ ਨਫਾ ਨੁਕਸਾਨ ਇੱਕੋ ਜਿਹਾ ਲੱਗਣ ਲੱਗ ਪਵੇ, ਖੁਸ਼ੀ ਗਮੀ ਇੱਕੋ ਜਿਹੀ ਲੱਗਣ ਲੱਗ ਪਵੇ, ਇੱਜ਼ਤ ਤੇ ਬੇਇੱਜ਼ਤੀ ਲੱਗੇ ਕਿ ਦੋਵੇਂ ਇੱਕੋ ਜਿਹੀਆਂ ਗੱਲਾਂ ਨੇ, ਕੋਈ ਬਹੁਤਾ ਫਰਕ ਨਹੀਂ, ਤੇ ਸਮਝ ਲੈਣਾ ਸੁਰਤ ਉੱਚੀ ਉੱਠਣੀ ਸ਼ੁਰੂ ਹੋ ਗਈ ਹੈ। ਜਿਵੇਂ ਜਿਵੇਂ ਸੁਰਤ ਉੱਚੀ ਉੱਠੇਗੀ, ਫਿਰ ਉੱਠਦੀ ਉੱਠਦੀ ਹਲਕੀ ਹੁੰਦੀ ਜਾਏਗੀ। ਜਿਵੇਂ ਜਿਵੇਂ ਹਲਕੀ ਹੋਵੇਗੀ, ਤਿਵੇਂ ਤਿਵੇਂ ਅਗਲਾ ਰਸਤਾ ਆਸਾਨੀ ਨਾਲ ਤੈਅ ਹੋਵੇਗਾ। ਇਹ 10ਵੇਂ ਦੁਆਰ ਵਿੱਚ ਪਹੁੰਚੇਗੀ, ਜਿੱਥੇ ਜਾ ਕੇ ਇਹਨੂੰ ਪੱਕਾ ਆਸਨ ਮਿਲ ਜਾਏਗਾ। ਉਸ ਪੱਕੇ ਆਸਨ ਵਿੱਚ ਗਿਆ ਹੋਇਆ ਫਿਰ ਕਦੀ ਇਹ ਮਨੁੱਖ ਡੋਲੇਗਾ ਨਹੀਂ। ਇਸੇ ਨੂੰ ਹੀ ਬੇਗਮਪੁਰਾ ਆਖਦੇ ਨੇ, ਇਸੇ ਨੂੰ ਹੀ ਤੁਰਿਆ ਪਦ ਆਖਦੇ ਨੇ, ਇਸੇ ਨੂੰ ਹੀ 10ਵਾਂ ਦੁਆਰ ਆਖਦੇ ਨੇ, ਇਸੇ ਨੂੰ ਹੀ ਸਹਿਜ ਅਵਸਥਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਸੋ ਆਓ ਯਤਨ ਕਰੀਏ, ਗੁਰੂ ਕੇ ਬਚਨਾਂ ਨੂੰ ਹਿਰਦੇ ਵਿੱਚ ਜਗ੍ਹਾ ਦਈਏ ਤੇ ਕੋਸ਼ਿਸ਼ ਕਰੀਏ, ਥੋੜਾ ਥੋੜਾ ਅਭਿਆਸ ਪਕਾਈਏ, ਤਾਂ ਕਿ ਅਸੀਂ ਗੁਰੂ ਦੀ ਮੱਤ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕੀਏ। ਇਹ ਨਿਕ ਸ਼ਬਦ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।